ਸਤਿ ਸ੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਨਵੀਂ ਵੀਡੀਓ ਦੇ ਵਿੱਚ। ਪਿਛਲੀ ਵੀਡੀਓ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਪੰਜਾਬੀ ਦੀਆਂ ਸਵਰ ਧੁਨੀਆਂ ਦੀ ਪਰਿਭਾਸ਼ਾ, ਪੰਜਾਬੀ ਦੀਆਂ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਨੇ, ਪੰਜਾਬੀ ਦੇ ਮੂਲ ਸਵਰ ਕਿੰਨੇ ਹੁੰਦੇ ਨੇ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਕਿ ਪੰਜਾਬੀ ਦੀਆਂ ਸਵਰ ਧੁਨੀਆਂ ਦੀ ਵਰਗ ਵੰਡ ਅਸੀਂ ਕਿਵੇਂ ਕਰੀਏ। ਪੰਜਾਬੀ ਦੀਆਂ ਸਵਰ ਧੁਨੀਆਂ ਦੀ ਵਰਗ ਵੰਡ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਜੀਭ ਦੀ ਸਥਿਤੀ ਅਨੁਸਾਰ ਪੜ੍ਹ ਚੁੱਕੇ ਹਾਂ। ਅਸਲ ਵਿੱਚ ਪੰਜਾਬੀ ਦੀਆਂ ਸਵਰ ਧੁਨੀਆਂ ਨੂੰ ਅਸੀਂ 3 ਤਰੀਕਿਆਂ ਨਾਲ ਵੰਡਦੇ ਹਾਂ। ਪੰਜਾਬੀ ਦੀਆਂ ਸਵਰ ਧੁਨੀਆਂ ਅਸੀਂ ਜੀਭ ਦੀ ਸਥਿਤੀ ਅਨੁਸਾਰ ਪਹਿਲੀ ਵੀਡੀਓ 'ਚ ਪੜ੍ਹੀਆਂ ਨੇ। ਹੁਣ ਅਸੀਂ ਅੱਗੇ ਪੜ੍ਹਾਂਗੇ ਬੁੱਲਾਂ ਦੀ ਸਥਿਤੀ ਅਤੇ ਮਾਤਰਾ ਦੇ ਆਧਾਰ 'ਤੇ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਹਿਲਾਂ ਵਾਂਗ ਫਿਰ ਤੋਂ ਪਸੰਦ ਆਵੇਗੀ। ਇਹ ਵੀਡੀਓ ਮਾਸਟਰ ਕੇਡਰ, ਲੈਕਚਰਰ ਕੇਡਰ, UGC ਨੈਟ ਪੰਜਾਬੀ, PS ਟੈਟ, C ਟੈਟ, H ਟੈਟ ਪੰਜਾਬੀ, TGT ਹਰਿਆਣਾ ਵਾਸਤੇ ਸਾਰਿਆਂ ਵਾਸਤੇ ਬਹੁਤ ਹੈਲਪਫੁਲ ਹੈ। ਹਰ ਰੋਜ਼ ਨਵੀਂ ਵੀਡੀਓ ਸੌਖੀ ਭਾਸ਼ਾ ਵਿੱਚ, ਔਖਾ ਕੰਸੈਪਟ, ਟੌਪਿਕ ਤੋਂ ਬਾਅਦ MCQ ਵੀ ਆਪਾਂ ਇਸੇ ਪਲੇਟਫਾਰਮ 'ਤੇ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਨੇ, ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰਿਆਂ ਤੱਕ। ਆਜੋ ਜੀ ਸ਼ੁਰੂ ਕਰਦੇ ਹਾਂ ਆਪਾਂ ਫਿਰ ਪੰਜਾਬੀ ਦੇ ਸਵਰ ਧੁਨੀਆਂ ਦੀ ਦੂਸਰੇ ਤਰੀਕੇ ਨਾਲ ਵੰਡ। ਉਹ ਹੈ ਜੀ ਬੁੱਲਾਂ ਦੀ ਸਥਿਤੀ। ਇਹ ਬਹੁਤ ਸੌਖਾ ਹੈ, ਬੁੱਲਾਂ ਦੀ ਸਥਿਤੀ ਅਨੁਸਾਰ ਬਹੁਤ ਸੌਖੀ ਹੈ। ਇਸ ਨੂੰ ਅਸੀਂ ਕਿੱਦਾਂ ਸਮਝਦੇ ਹਾਂ, ਆਜੋ। ਬੁੱਲਾਂ ਦੀ ਸਥਿਤੀ ਅਨੁਸਾਰ ਕਈ ਵਾਰ ਸਵਰ ਧੁਨੀਆਂ ਦੇ ਉਚਾਰਨ ਸਮੇਂ ਸਾਡੇ ਬੁੱਲਾਂ ਦੀ ਸਥਿਤੀ ਗੋਲ ਹੋ ਜਾਂਦੀ ਹੈ। ਕਈ ਵਾਰ ਬੁੱਲਾਂ ਦੀ ਜਿਹੜੀ ਸਥਿਤੀ ਹੈ ਗੋਲ ਨਹੀਂ ਹੁੰਦੀ। ਜਿਨ੍ਹਾਂ ਦੇ ਉਚਾਰਨ ਸਮੇਂ ਸਥਿਤੀ ਮੂੰਹ ਦੀ ਗੋਲ ਹੋ ਜਾਂਦੀ ਹੈ ਬੁੱਲਾਂ ਦੀ, ਉਹਨਾਂ ਨੂੰ ਅਸੀਂ ਗੋਲ ਕਹਿੰਦੇ ਹਾਂ। ਜਿਹੜਿਆਂ ਦੇ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਅਗੋਲ ਜਾਂ ਗੁਲਾਈ ਰਹਿਤ ਕਹਿੰਦੇ ਹਾਂ। ਆਜੋ ਇਹਨਾਂ ਨੂੰ ਪੜ੍ਹੀਏ। ਸਭ ਤੋਂ ਪਹਿਲਾਂ ਮੈਂ 10 ਸਵਰ ਧੁਨੀਆਂ ਇੱਕ ਵਾਰ ਇੱਥੇ ਲਿਖ ਦਿੰਦਾ ਹਾਂ। ਐੜਾ ਮੁਕਤਾ, ਐੜੇ ਕੰਨਾ, ਈੜੀ ਸਿਹਾਰੀ, ਈੜੀ ਬਿਹਾਰੀ। ਜਿਹੜੇ ਨਵੇਂ ਨੇ ਇੱਦਾਂ ਯਾਦ ਕਰ ਲਓ। ਊੜੇ ਔਂਕੜ, ਊੜੇ ਦੁਲੈਂਕੜੇ, ਈੜੀ ਲਾਂ, ਐੜੇ ਦੁਲਾਵਾਂ, ਊੜੇ ਹੋੜਾ, ਐੜੇ ਕਨੌੜਾ। ਇਹ ਹੋ ਗਈਆਂ ਜੀ ਸਾਡੇ ਕੋਲ 10। ਹੁਣ ਦੇਖੋ ਬੁੱਲਾਂ ਦੀ ਸਥਿਤੀ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਗੋਲ। ਗੋਲ ਨੂੰ ਦੂਜਾ ਕਹਿੰਦੇ ਨੇ ਗੁਲਾਈਦਾਰ। ਗੋਲ ਮੀਨ ਗੁਲਾਈਦਾਰ। ਦੂਸਰਾ ਹੈਗਾ ਜੀ ਅਗੋਲ। ਜਿਹੜੇ ਅਗੋਲ ਨੇ ਉਹ ਹੈਗੀਆਂ ਜੀ ਗੁਲਾਈ ਰਹਿਤ। ਗੁਲਾਈਦਾਰ ਅਤੇ ਗੁਲਾਈ ਰਹਿਤ। ਜਿਹੜੀਆਂ ਗੁਲਾਈਦਾਰ ਨੇ ਉਹਦੇ 'ਚ ਕਿਹੜੀਆਂ ਕਿਹੜੀਆਂ ਆਉਣਗੀਆਂ ਦੇਖੋ। ਉਹਦੇ 'ਚ ਊੜੇ ਤੇ ਆੜੇ ਵਾਲੇ ਆਉਣਗੇ। ਉਹ, ਊ, ਓ, ਔ। ਚਾਰਾਂ ਦੇ ਉਚਾਰਨ ਸਮੇਂ ਮੂੰਹ ਸਾਡਾ ਜਿਹੜਾ ਬੁੱਲ ਗੋਲ ਜੀ ਸਥਿਤੀ ਵਿੱਚ ਆ ਜਾਂਦੇ ਨੇ। ਇਸ ਕਰਕੇ ਗੋਲ ਇਹ ਰਹਿਣਗੇ ਗੋਲ ਜਾਂ ਗੁਲਾਈਦਾਰ। ਲਓ ਜੀ ਇਹ ਤੁਹਾਡੇ ਹੋ ਗਏ 4। ਗਿਣਤੀ ਵੀ ਯਾਦ ਰੱਖੀ ਜਾਏ, ਉਹ ਗਿਣਤੀ 'ਤੇ ਵੀ ਸਵਾਲ ਆ ਜਾਂਦਾ। 4 ਹੋ ਗਏ। ਗੁਲਾਈ ਰਹਿਤ ਬਾਕੀ ਸਾਰੇ ਗੁਲਾਈ ਰਹਿਤ 6 ਬਣ ਗਏ। ਐੜਾ ਮੁਕਤਾ, ਐੜੇ ਕੰਨਾ, ਈੜੀ ਸਿਹਾਰੀ, ਈੜੀ ਬਿਹਾਰੀ, ਈੜੀ ਲਾਂ, ਐੜੇ ਦੁਲਾਵਾਂ। ਇਹ ਹੋ ਗਏ 6। ਲਓ ਜੀ ਪਹਿਲੀ ਵੰਡ ਤੁਹਾਡੀ ਹੋ ਗਈ ਦੂਜੀ ਵੰਡ ਵੀ ਇੱਥੇ ਹੋ ਗਈ ਸਾਡੀ ਕੰਪਲੀਟ। ਤੇ ਤੀਸਰੀ ਵੰਡ ਅਸੀਂ ਪੜ੍ਹਨੀ ਹੈ ਜੀ ਮਾਤਰਾ ਦੇ ਆਧਾਰ 'ਤੇ। ਦੇਖੋ ਮਾਤਰਾ ਅਸਲ ਵਿੱਚ ਕਹਿੰਦੇ ਨੇ ਟਾਈਮ ਨੂੰ, ਸਮੇਂ ਨੂੰ, ਕਿ ਕਿਸੇ ਸਵਰ ਧੁਨੀ ਦੇ ਉਚਾਰਨ ਸਮੇਂ ਕਿੰਨਾ ਸਮਾਂ ਲੱਗਿਆ। ਕਿੰਨਾ ਸਮਾਂ ਲੱਗਿਆ, ਇਹ ਬਹੁਤ ਸੌਖਾ ਹੈ। ਕਿੰਨਾ ਸਮਾਂ ਲੱਗਿਆ, ਇਹ ਸਵਾਲ ਤੁਹਾਨੂੰ ਆਮ ਪੇਪਰ ਵਿੱਚ ਪੁੱਛਿਆ ਜਾਂਦਾ ਹੈ। ਪਰਿਭਾਸ਼ਾ ਵੀ ਪੁੱਛੀ ਜਾ ਸਕਦੀ ਹੈ, ਛੋਟੇ ਪੇਪਰਾਂ 'ਚ ਵੀ ਆਉਂਦਾ ਹੈ। PSSB ਵਗੈਰਾ ਦੇ ਜਿਹੜੇ ਕੰਪੀਟੀਸ਼ਨ ਐਗਜ਼ਾਮ ਦੇ ਪੇਪਰ ਹੈ ਉਹਨਾਂ ਵਿੱਚ ਵੀ ਇਹ ਸਵਾਲ ਸਿੱਧੇ ਆਉਂਦੇ ਨੇ। ਉਹ ਵੀ ਆਪਣਾ ਧਿਆਨ ਰੱਖਣ ਬਈ। ਮਾਤਰਾ ਦੇ ਆਧਾਰ 'ਤੇ ਜਿਨ੍ਹਾਂ ਦੇ ਵੱਧ ਮਾਤਰਾ ਲੱਗੇ, ਜਿਨ੍ਹਾਂ ਦੇ ਘੱਟ ਮਾਤਰਾ ਲੱਗੇ। ਆਜੋ ਦੋਨੋਂ ਪੜ੍ਹਦੇ ਆਪਾਂ। ਜਿਨ੍ਹਾਂ ਦੇ ਘੱਟ ਮਾਤਰਾ ਦਾ ਕੀ, ਮਾਤਰਾ ਦਾ ਅਰਥ ਮਿਕਦਾਰ। ਮਾਤਰਾ ਦਾ ਅਰਥ ਕੀ ਆ, ਮਿਕਦਾਰ। ਇੱਥੇ ਮਿਕਦਾਰ ਕਿਸ ਚੀਜ਼ ਦੀ, ਹਵਾ ਦੀ ਮਿਕਦਾਰ ਅਤੇ ਥੋੜ੍ਹਾ ਸਮਾਂ। ਜਿਨ੍ਹਾਂ ਦੇ ਉਚਾਰਨ ਸਮੇਂ ਸਮਾਂ ਥੋੜ੍ਹਾ, ਸਾਹ ਦੀ ਹਵਾ ਘੱਟ ਲੱਗੀ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਲਘੂ ਸਵਰ। ਉਹਨਾਂ ਨੂੰ ਕੀ ਕਹਿੰਦੇ ਹਾਂ, ਲਘੂ ਸਵਰ। ਇੱਕ ਹੋਰ ਨਾਮ ਵੀ ਇਹਨਾਂ ਦਾ ਚੱਲਦਾ ਹੈ ਹਰਸਵ ਸਵਰ। ਯਾਦ ਰੱਖਿਓ ਲਘੂ ਜਾਂ ਹਰਸਵ। ਇਹ ਕਿੰਨੇ ਹਨ, ਇਹ ਹਨ ਜੀ 3। ਕਿਹੜੇ ਕਿਹੜੇ ਨੇ ਆਜੋ ਵੇਖੀਏ। ਐੜਾ ਮੁਕਤਾ, ਈੜੀ ਸਿਹਾਰੀ, ਊੜੇ ਔਂਕੜ। ਦੇਖੋ ਐੜਾ ਮੁਕਤਾ ਅ, ਈੜੀ ਸਿਹਾਰੀ ਏ, ਊੜੇ ਔਂਕੜ ਓ। ਤਿੰਨਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਘੱਟ ਲੱਗੀ ਹੈ, ਥੋੜ੍ਹੀ ਲੱਗੀ ਹੈ। ਦੂਸਰਿਆਂ ਦੇ ਇਹਨਾਂ ਦੇ ਮੁਕਾਬਲੇ ਆ, ਈ, ਊ, ਏ, ਐ, ਓ, ਔ। ਦੇਖੋ ਇਹਨਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਲੱਗਦੀ ਹੈ ਵੱਧ। ਬਸ ਇਸ ਚੀਜ਼ ਦਾ ਫਰਕ ਧਿਆਨ ਰੱਖਿਓ। ਕਿਹੜੇ ਕਿਹੜੇ ਆ 3। ਐੜਾ ਮੁਕਤਾ, ਊੜੇ ਔਂਕੜ ਤੇ ਈੜੀ ਨੂੰ ਸਿਹਾਰੀ। ਲਓ ਜੀ ਇਹ 3 ਆਪਣੇ ਹੋ ਗਏ ਜੀ। ਮੈਨੂੰ ਉਮੀਦ ਹੈ ਤੁਹਾਡਾ ਇਹ ਕਨਸੈਪਟ ਵੀ ਕਲੀਅਰ ਹੋ ਗਿਆ ਹੋਊਗਾ। ਆਜੋ ਜੀ ਅੱਗੇ ਚੱਲਦੇ ਹਾਂ। ਇਹ ਜਿਹੜੇ ਸਾਡੇ 3 ਨੇ ਘੱਟ ਮਾਤਰਾ ਇਹਨਾਂ 'ਤੇ ਲੱਗਦੀ ਹੈ, ਇਸ ਲਈ ਇਹ ਲਘੂ ਨੇ ਔਰ ਦੂਸਰਾ ਨਾਮ ਇਹਨਾਂ ਦਾ ਹਰਸਵ ਨੇ। ਹੁਣ ਇੱਕ ਚੀਜ਼ ਜ਼ਰੂਰ ਇੱਥੇ ਮੈਂ ਐਡ ਕਰ ਦਿੰਦਾ। ਜੇ ਅਸੀਂ ਇਹਨਾਂ ਦਾ ਕਾਰਜੀ ਪੱਖ ਵੇਖੀਏ, ਕਾਰਜ ਦੇ ਪੱਖ ਤੋਂ ਵੇਖੀਏ ਵੀ ਇਹਨਾਂ ਦੀ ਜਦੋਂ ਅਸੀਂ ਅੱਗੇ ਵਰਤੋਂ ਕਰਦੇ ਹਾਂ, ਕਾਰਜ ਦਾ ਮਤਲਬ ਵਰਤੋਂ ਦੇ ਆਧਾਰ 'ਤੇ ਮੈਂ ਲਿਖ ਹੀ ਦਿੰਦਾ। ਕਈ ਵਾਰ ਵਰਤੋਂ ਦੇ ਆਧਾਰ 'ਤੇ ਜਦੋਂ ਅਸੀਂ ਇਹਨਾਂ ਨੂੰ ਵੇਖਣਾ ਹੋਵੇ ਵਰਤੋਂ ਦੇ ਆਧਾਰ 'ਤੇ, ਤਾਂ ਇਹਨਾਂ ਤਿੰਨਾਂ ਨੂੰ ਅਸੀਂ ਫਿਰ ਕੀ ਕਹਿੰਦੇ ਹਾਂ ਉੱਥੇ ਕਾਰਜ ਦੇ ਪੱਖ 'ਤੇ ਜਾਂ ਵਰਤੋਂ ਦੇ ਆਧਾਰ 'ਤੇ, ਤਾਂ ਇਹ ਸਾਡੇ ਬਣਨਗੇ ਕੀ ਬਣਨਗੇ,
ਕੇਂਦਰੀ ਸਵਰ, ਕੇਂਦਰੀ ਜਾਂ ਅੰਦਰਲੇ ਸਵਰ, ਇਹ ਕਿੱਦਾਂ ਹੁੰਦੇ ਨੇ ਇਹਨਾਂ ਨੂੰ ਵੀ ਆਪਾਂ ਸਮਝ ਲਵਾਂਗੇ, ਅੱਗੇ ਜਾ ਕੇ ਸਮਝਦੇ ਹਾਂ। ਇੱਕ ਐਕਸੈਪਸ਼ਨਲ ਗੱਲ ਹੈ, ਇਸ ਨੂੰ ਇੱਥੇ ਯਾਦ ਰੱਖੋ, ਅੱਗੇ ਜਾ ਕੇ ਹੋਰ ਪੜ੍ਹਦੇ ਹਾਂ ਆਪਾਂ। ਚਲੋ ਦੂਜੇ ਹੁਣ ਅਸੀਂ ਪੜ੍ਹੀਏ ਦੀਰਘ ਸਵਰ। ਦੀਰਘ ਕਿਹੜੇ ਕਿਹੜੇ ਨੇ? ਜਿਨ੍ਹਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਵੱਧ ਮਾਤਰਾ 'ਚ ਲੱਗਦੀ ਹੈ, ਵੱਧ ਮਾਤਰਾ 'ਚ ਲੱਗਦੀ ਹੈ, ਵੱਧ ਸਮਾਂ ਲੱਗਦਾ ਹੈ, ਵੱਧ ਮਿਕਦਾਰ ਲੱਗਦੀ ਹਵਾ ਦੀ, ਵੱਧ ਕੀ ਲੱਗਦਾ ਹੈ ਸਮਾਂ, ਉਹਨਾਂ ਨੂੰ ਅਸੀਂ ਦੀਰਘ ਕਹਿੰਦੇ ਹਾਂ। 3 ਜੇ ਸਵਰ ਸਾਡੇ ਕੋਲ ਲਘੂ ਹੋ ਗਏ ਤੇ ਬਾਕੀ ਕਿੰਨੇ ਰਹਿ ਗਏ? ਬਾਕੀ ਰਹਿ ਗਏ 7। ਕਿਹੜਾ ਕਿਹੜਾ ਆਊਗਾ? ਐੜਾ ਮੁਕਤਾ ਰਹਿਣ ਦਿੰਦੇ ਹਾਂ, ਐੜੇ ਕਰਨਾ ਆ, ਈੜੀ ਸਿਹਾਰੀ ਛੱਡ ਕੇ ਈੜੀ ਬਿਹਾਰੀ ਈ, ਊੜੇ ਔਂਕੜ ਛੱਡ ਕੇ ਊੜੇ ਦਲੈਂਕੜੇ ਊ, ਈੜੀ ਲਾਵਾਂ ਏ, ਐੜੇ ਦਲਾਵਾਂ ਐ, ਊੜੇ ਹੋੜਾ ਓ, ਐੜੇ ਕਨੌੜਾ ਔ। ਇਹ ਹੋ ਗਏ ਤੁਹਾਡੇ 6 ਵੱਧ ਮਾਤਰਾ ਵਾਲੇ। ਔਰ ਇਹਨਾਂ ਦਾ ਜਦੋਂ ਅਸੀਂ ਕਾਰਜੀ ਪੱਖ ਵੇਖਦੇ ਹਾਂ, ਇਹਨਾਂ ਦੀ ਵਰਤੋਂ ਵੇਖਦੇ ਹਾਂ, ਵਰਤੋਂ ਦੇ ਆਧਾਰ 'ਤੇ ਜਾਂ ਕਾਰਜੀ ਪੱਖ ਅਨੁਸਾਰ ਇਹ ਜਿਹੜੇ ਸਾਡੇ ਸਵਰ ਨੇ ਇਹਨਾਂ ਨੂੰ ਅਸੀਂ ਬਾਹਰਲੇ ਸਵਰ ਆਖਦੇ ਹਾਂ। ਕੀ ਆਖਦੇ ਹਾਂ? ਬਾਹਰਲੇ ਸਵਰ ਆਖਦੇ ਹਾਂ। ਕਿਉਂ ਆਖਦੇ ਹਾਂ? ਇਹਨਾਂ ਦੀ ਜਿਹੜੀ ਵੰਡ ਹੈ ਜਾਂ ਇਹਨਾਂ ਦੀ ਜਿਹੜੀ ਪਰਿਭਾਸ਼ਾ ਜਾਂ ਇਹਨਾਂ ਦੀ ਜਿਹੜੀ ਸਮਝ ਹੈ ਉਹ ਅਸੀਂ ਅੱਗੇ ਪੜ੍ਹਦੇ ਹਾਂ। ਕੇਂਦਰੀ ਕਿੱਦਾਂ ਹੁੰਦੇ ਨੇ ਜਾਂ ਬਾਹਰਲੇ ਕਿੱਦਾਂ ਹੁੰਦੇ ਨੇ। ਅਗਰ ਅਸੀਂ ਇਹ ਚੀਜ਼ ਪੜ੍ਹ ਕੇ ਸਮਝ ਲਈ ਤਾਂ ਸਾਡਾ ਜਿਹੜਾ ਸਵਰ ਧੁਨੀਆਂ ਦਾ ਟੌਪਿਕ ਹੈ ਉਹ ਸਮਾਪਤ ਹੋ ਜਾਵੇਗਾ। ਆ ਜੋ ਇਸ ਵੀਡੀਓ ਦੇ ਅਸੀਂ ਦੂਜੇ ਭਾਗ ਦੇ ਵਿੱਚ ਸ਼ਿਫਟ ਹੁੰਦੇ ਹਾਂ। ਇੱਥੇ ਅਸੀਂ ਕੀ ਸਮਝਣਾ ਹੈ ਕਿ ਕੇਂਦਰੀ ਅਤੇ ਬਾਹਰਲੀ ਸਵਰ ਕਿੱਦਾਂ ਹੁੰਦੇ ਨੇ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਸਾਡੇ ਜਿਹੜੇ ਲਘੂ ਸਵਰ ਨੇ, ਲਘੂ ਸਵਰ ਨੇ ਜਾਂ ਸਾਡੇ ਹਰਸਵ ਸਵਰ ਨੇ, ਲਘੂ ਜਾਂ ਹਰਸਵ ਸਵਰ ਨੇ, ਜਿਨ੍ਹਾਂ ਨੂੰ ਅਸੀਂ ਕੇਂਦਰੀ ਸਵਰ ਕਿਹਾ ਹੈ। ਉਹ ਕੇਂਦਰੀ ਸਵਰ ਕਿੱਦਾਂ ਬਣਦੇ ਨੇ ਇਹਨਾਂ ਨੂੰ ਪਹਿਲਾਂ ਤੁਸੀਂ ਸਮਝੋ। ਕੇਂਦਰੀ ਸਵਰ ਕਿੱਦਾਂ ਨੇ? ਇਹਨਾਂ ਦੀ ਜਿਹੜੀ ਵਰਤੋਂ ਹੈ ਉਹ ਜਦੋਂ ਵੀ ਆਪਾਂ ਸ਼ਬਦ ਲਿਖਾਂਗੇ ਨਾ ਜੀ, ਜਦੋਂ ਵੀ ਸ਼ਬਦ ਲਿਖਾਂਗੇ ਤਾਂ ਉਹ ਸ਼ਬਦ ਦੇ ਜਾਂ ਸ਼ੁਰੂਆਤ ਵਿੱਚ ਹੋਵੇਗੀ ਜਾਂ ਸ਼ਬਦ ਦੀ ਵਿਚਕਾਰਲੀ ਸਥਿਤੀ ਵਿੱਚ ਹੋਊਗੀ। ਇਹਨਾਂ ਦੀ ਵਰਤੋਂ ਅੰਤ ਵਿੱਚ ਨਹੀਂ ਹੁੰਦੀ, ਅੰਤ ਵਿੱਚ ਵਰਤੋਂ ਨਹੀਂ ਹੁੰਦੀ। ਇਸ ਲਈ ਇਹ ਕੇਂਦਰੀ ਨੇ, ਕੇਂਦਰ ਵਿੱਚ ਵਿਚਰਦੇ ਨੇ, ਕੇਂਦਰ ਵਿੱਚ ਵਿਚਰਦੇ ਨੇ। ਸ਼ੁਰੂਆਤ 'ਚ ਵਰਤੋਂ ਹੁੰਦੀ ਹੈ, ਵਿਚਕਾਰ ਵਰਤੋਂ ਹੁੰਦੀ ਹੈ। ਅੱਗੇ ਮੈਂ ਦੋਵਾਂ ਦੀ ਇੱਕ ਇੱਕ ਉਦਾਹਰਣ ਦੇ ਕੇ ਤੁਹਾਨੂੰ ਦੱਸ ਦਿੰਦਾ ਹਾਂ ਵੀ ਕਿਸ ਤਰ੍ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਵਿੱਚ ਕਿੱਦਾਂ? ਸਭ ਤੋਂ ਪਹਿਲਾਂ ਮੈਂ ਸ਼ਬਦ ਲਿਆ ਉਸ, ਦੇਖੋ ਉਸ, ਜਾਂ ਦੂਸਰਾ ਸ਼ਬਦ ਮੈਂ ਲਿਆ ਉਚਾਰਨ। ਤਾਂ ਮੈਂ ਕੀ ਕਿਹਾ ਸੀ ਪਹਿਲਾਂ? ਇਹ 3 ਵੇਖੋ ਕਿਹੜੇ ਆ। ਵੀਡੀਓ ਦੇ ਦੂਜੇ ਭਾਗ 'ਚ ਅਸੀਂ ਲਘੂ ਜਾਂ ਹਰਸਵ ਬਾਰੇ ਪੜ੍ਹ ਲਗੇ ਤਾਂ ਕਿਹੜੇ ਕਿਹੜੇ? ਐੜਾ ਮੁਕਤਾ, ਊੜੇ ਔਂਕੜ, ਐੜਾ ਮੁਕਤਾ, ਊੜੇ ਔਂਕੜ ਹੈ ਤੇ ਈੜੀ ਨੂੰ ਸਿਹਾਰੀ ਹੈ। ਸਭ ਤੋਂ ਪਹਿਲਾਂ ਨਾ ਇੱਥੇ ਅਸੀਂ ਪੜ੍ਹ ਲੱਗੇ ਹਾਂ ਊੜੇ ਨੂੰ ਔਂਕੜ ਦਾ। ਸ਼ੁਰੂਆਤ ਵਿੱਚ ਇੱਧਰ ਮੈਂ ਊੜਾ ਔਂਕੜ ਲਿਖਦਾ ਹਾਂ, ਆ ਦੇਖੋ ਊੜਾ ਔਂਕੜ ਲਿਖਿਆ। ਹੁਣ ਮੈਂ ਊੜੇ ਔਂਕੜ ਦੀ ਗੱਲ ਕਰਾਂਗਾ, ਧਿਆਨ ਦੇਣਾ ਸਾਰਿਆਂ ਨੇ। ਇੱਥੇ ਮੈਂ ਪਹਿਲਾ ਸ਼ਬਦ ਲਿਖਿਆ ਉਸ, ਦੂਜਾ ਸ਼ਬਦ ਮੈਂ ਲਿਖ ਦਿੱਤਾ, ਮੇਰੇ ਕੋਲ ਸ਼ਬਦ ਹੈਗਾ ਉਚਾਰਨ। ਇਹਨਾਂ ਦੀ ਵਰਤੋਂ ਸ਼ੁਰੂਆਤ ਵਿੱਚ ਕਿੱਦਾਂ ਹੋਈ? ਆਹ ਦੇਖੋ ਊੜੇ ਔਂਕੜ, ਊੜੇ ਔਂਕੜ ਆ ਗਿਆ, ਊੜੇ ਨੂੰ ਔਂਕੜ ਪਹਿਲਾਂ ਸ਼ੁਰੂਆਤ ਵਿੱਚ, ਊੜੇ ਨੂੰ ਔਂਕੜ ਇੱਥੇ ਵੀ ਆ ਗਿਆ। ਉਚਾਰਨ ਦੇ ਯਾਨੀ ਦੋਨਾਂ ਸ਼ਬਦਾਂ ਦੇ ਸ਼ੁਰੂਆਤ ਵਿੱਚ ਊੜੇ ਨੂੰ ਔਂਕੜ ਆ ਗਿਆ। ਇਹਨਾਂ ਦੀ ਸ਼ੁਰੂਆਤ ਵਿੱਚ ਅਸੀਂ ਵਰਤੋਂ ਕਰ ਲਈ। ਹੁਣ ਅਸੀਂ ਵਿਚਕਾਰ ਵਰਤੋਂ ਦੇਖਦੇ ਹਾਂ ਕਿੱਦਾਂ। ਜਿਵੇਂ ਮੇਰੇ ਕੋਲ ਸ਼ਬਦ ਹੈ ਫੁੱਲ, ਮੇਰੇ ਕੋਲ ਕਿਹੜਾ ਸ਼ਬਦ ਹੈ? ਫੁੱਲ। ਜਾਂ ਦੂਸਰਾ ਸ਼ਬਦ ਹੈ ਮੇਰੇ ਕੋਲ ਪੁਖਰਾਜ, ਮੇਰੇ ਕੋਲ ਸ਼ਬਦ ਹੈ ਪੁਖਰਾਜ, ਪੁਖਰਾਜ। ਹੁਣ ਦੇਖੋ ਇਹਨਾਂ ਦੀ ਅੱਗੇ ਅਸੀਂ ਵੰਡ ਕਿਵੇਂ ਕਰਨੀ ਹੈ। ਜਿਹੜਾ ਫੁੱਲ ਹੈ ਇਹਨਾਂ ਦੀ ਅਸੀਂ ਹੁਣ ਅੱਗੇ ਵੰਡ ਕਰਦੇ ਹਾਂ। ਫੱਫਾ ਪਹਿਲਾਂ ਲਿਆ, ਫੋ ਪਲੱਸ ਊੜੇ ਨੂੰ ਔਂਕੜ, ਧੁਨੀ ਵੰਡ ਕਰ ਲਓ, ਓ ਪਲੱਸ ਲੱਲਾ, ਫੁੱਲ, ਉੱਲ। ਆ ਫੱਫਾ ਪਿੱਛੇ ਰਹਿ ਜੂ, ਫਿਰ ਉੱਲ ਦੀ ਆਵਾਜ਼ ਆਊਗੀ, ਫੁੱਲ, ਫੁੱਲ, ਉੱਲ। ਦੇਖੋ ਵਿਚਕਾਰ ਆ ਗਿਆ ਨੇ, ਊੜੇ ਨੂੰ ਔਂਕੜ ਵਿਚਕਾਰ ਆ ਗਿਆ, ਇਸ ਕਰਕੇ ਇਹਦੀ ਵਿਚਕਾਰ ਵੀ ਵਰਤੋਂ ਹੋ ਗਈ। ਇਸੇ ਤਰ੍ਹਾਂ ਪੁਖਰਾਜ ਦੀ ਤੁਸੀਂ ਵੇਖੋ ਧੁਨੀ ਵੰਡ ਦੇਖੋ ਕਿੱਦਾਂ ਕਰਦੇ ਹਾਂ। ਪੱਪਾ ਪੋ, ਜਿਹੜਾ ਪੋ, ਪੱਪੇ ਨੂੰ ਔਂਕੜ ਨਹੀਂ ਇੱਥੇ ਬੋਲਿਆ ਜਾ ਰਿਹਾ ਬਲਕਿ ਊੜੇ ਨੂੰ ਔਂਕੜ ਬੋਲਿਆ ਜਾ ਰਿਹਾ। ਪੋ ਪੋ, ਊੜੇ ਨੂੰ ਔਂਕੜ ਪੋ। ਫਿਰ ਅੱਗੇ ਖੱਖਾ, ਪੁੱਖ, ਪੁੱਖ, ਉੱਖ, ਉੱਖ। ਅੱਗੇ ਪਲੱਸ ਰਾਰਾ, ਰਾਜ। ਇੱਥੇ ਫਿਰ ਰਾਰਾ, ਰਾਰਾ ਇਹਨੂੰ ਕੰਨਾ ਨਹੀਂ ਬੋਲਦਾ ਬਲਕਿ ਐੜੇ ਨੂੰ ਕੰਨਾ ਬੋਲਦਾ। ਆਜ ਬਣ ਗਿਆ ਨਾ ਪੁਖਰਾਜ, ਪੁਖਰਾਜ। ਇੱਥੇ ਵਿਚਕਾਰ ਇਹਦੀ ਵਰਤੋਂ ਹੋ ਗਈ ਊੜੇ ਨੂੰ ਔਂਕੜ ਦੀ। ਇੱਦਾਂ ਸ਼ੁਰੂਆਤ ਤੇ ਵਿਚਕਾਰ ਇਹਨਾਂ ਦੀ ਵਰਤੋਂ ਹੁੰਦੀ ਹੈ। ਅੰਤ ਤੇ ਕਦੇ ਵੀ ਤੁਸੀਂ ਅੰਤ ਤੇ ਊੜੇ ਨੂੰ ਔਂਕੜ ਆਇਆ ਨਹੀਂ ਵੇਖੋਗੇ। ਜਿਵੇਂ ਆਪਾਂ ਆਦ ਲਿਖਦੇ ਹਾਂ, ਕੋਈ ਵੀ ਸ਼ਬਦ ਹੈ ਉਹਦੇ ਅੰਤ ਤੇ ਤੁਸੀਂ ਊੜੇ ਨੂੰ ਔਂਕੜ ਆਇਆ ਨਹੀਂ ਦੇਖੋਗੇ। ਉਹ ਇਸ ਕਰਕੇ ਇਹ ਹੈ ਜੀ ਸਾਡੀ ਵੰਡ। ਹੁਣ ਕੋਈ ਇੱਥੇ ਸ਼ਬਦ ਲਿਖ ਦੇਗਾ ਜੀ, ਆਹ ਵੇਖੋ ਜੀ ਪਿਓ ਆ ਗਿਆ, ਪਰ ਪਿਓ ਜਿਹੜਾ ਹੈ ਉਹ ਅਸੀਂ ਊੜੇ ਨੂੰ ਹੋੜੇ ਨਾਲ ਲਿਖਦੇ ਹਾਂ, ਪਿਓ। ਠੀਕ ਹੈ, ਛੋਟੀ ਮਾਤਰਾ ਇੱਥੇ ਨਹੀਂ ਵਰਤੀ ਜਾਂਦੀ, ਘਿਓ, ਪਿਓ ਆਦਿ। ਮੈਨੂੰ ਉਮੀਦ ਹੈ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ। ਹੁਣ ਅੱਗੇ ਅਸੀਂ ਪੜ੍ਹਦੇ ਹਾਂ ਦੂਜੀ ਜਿਹੜੀ ਲਘੂ ਸਵਰ ਧੁਨੀ ਹੈ, ਦੂਜੀ ਐੜਾ ਮੁਕਤਾ। ਹੁਣ ਐੜੇ ਮੁਕਤੇ ਦੀ ਅਸੀਂ ਸ਼ੁਰੂਆਤ ਵਿੱਚ ਵਰਤੋਂ ਦੇਖਣੀ, ਉੱਤੋਂ ਵੀ ਦੇਖੀ ਜਾਇਓ। ਸ਼ੁਰੂਆਤ ਇਹਦੀ ਗੱਲ ਹੋ ਰਹੀ ਹੈ, ਸ਼ੁਰੂਆਤ ਦੀ,
फिर इधर एडे मुक्ते की गल होने लगी आ तो पहला शब्द मैं लिखा असर, पहला शब्द किहड़ा लिखा असर, दूजा शब्द मैं लिखा असर, दूजा शब्द मैं लिख लिया असल। ਇਹਦੇ ਵਿੱਚ ਦੇਖੋ ਐੜਾ ਮੁਕਤਾ ਪਹਿਲਾਂ ਵਰਤ ਲਿਆ ਸ਼ਬਦ ਦੀ ਮੁੱਢਲੀ ਸਥਿਤੀ 'ਚ, ਐੜਾ ਮੁਕਤਾ ਇੱਥੇ ਵੀ ਆ ਗਿਆ, ਇੱਥੇ ਸਾਡਾ ਕਨਸੈਪਟ ਸਿੱਧਾ ਕਲੀਅਰ ਹੋ ਗਿਆ। ਹੁਣ ਅਸੀਂ ਦੂਸਰਾ ਦੇਖਦੇ ਹਾਂ, ਦੂਸਰੇ ਵਿੱਚ ਅਸੀਂ ਸ਼ਬਦ ਵਰਤਿਆ ਕਸਰ, ਇਹ ਸਾਡਾ ਵਿਚਕਾਰ ਵਾਲਾ ਹੈ, ਦੇਖਿਓ ਵਿਚਕਾਰ ਵਾਲਾ ਕਸਰ। ਦੂਜੇ ਵਿੱਚ ਅਸੀਂ ਸ਼ਬਦ ਵਰਤਿਆ ਸਬਰ। ਇਹ ਚੀਜ਼ ਤੁਹਾਨੂੰ ਫਿਰ ਵੀ ਕਲੀਅਰ ਨਾ ਹੋਵੇ, ਮੈਂ ਇੱਕ ਹੋਰ ਵੀਡੀਓ ਇਹਦੇ 'ਤੇ ਬਣਾ ਦੂੰਗਾ, ਤੁਸੀਂ ਮੈਨੂੰ ਦੱਸ ਦਿਓ ਸਪੈਸ਼ਲ, ਇਸੇ 'ਤੇ ਵੀਡੀਓ ਇੱਕ ਹੋਰ ਬਣਾ ਦੂੰਗਾ। ਹਾਲਾਂਕਿ ਇਹਨੂੰ 2-3 ਵਾਰੀ ਸੁਣੋ, ਤੁਹਾਨੂੰ ਕਲੀਅਰ ਹੋ ਜਾਣਾ। ਕਮੈਂਟ ਕਰਕੇ ਤੁਸੀਂ ਦੱਸ ਦੇਣਾ ਵੀ ਇੱਥੋਂ ਸਾਨੂੰ ਸਮਝ ਨਹੀਂ ਲੱਗੀ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦੇਵਾਂਗਾ। ਅਸੀਂ ਦੂਸਰਾ ਵਿਚਕਾਰਲੀ ਸਥਿਤੀ ਵੇਖਣ ਲੱਗੇ ਹਾਂ, ਵਿਚਕਾਰ ਐਡਾ ਮੁਕਤਾ ਕਿਵੇਂ ਵਰਤਿਆ ਜਾਂਦਾ। ਜਿਵੇਂ ਮੈਂ ਕਸਰ, ਕਸਰ ਦੀ ਵਰਗ ਵੰਡ ਕਰੋ, ਸੌਰੀ ਕਸਰ ਦੀ ਧੁਨੀ ਵੰਡ ਕਰੋ, ਕਸਰ ਕਸਰ ਕਸਰ, ਇੱਥੇ ਵੀ ਵੈਸੇ ਆ ਬੋਲਦਾ, ਇੱਦਾਂ ਕਰ ਸਕਦੇ। ਹੁਣ ਵੇਖੋ ਵਿਚਕਾਰ ਵਰਤੋਂ ਹੋ ਗਈ ਇਹਦੀ, ਆਪਾਂ ਕਿਹਾ ਸੀ ਨਾ ਵਿਚਕਾਰ ਵੀ ਇਹਦੀ ਵਰਤੋਂ ਹੁੰਦੀ ਆ, ਹੋ ਗਈ। ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਹੈ ਸਬਰ, ਸਬਰ ਪਲਸ ਸਬਰ, ਇਹਦੀ ਵੀ ਵਿਚਕਾਰ ਵਰਤੋਂ ਹੋ ਗਈ। ਬਸ ਆਹ ਚੀਜ਼ ਦੱਸੀ ਸੀ, ਵਿਚਕਾਰ ਵੀ ਐੜੇ ਦੀ ਵਰਤੋਂ ਹੁੰਦੀ ਹੈ, ਉਹ ਊੜੇ ਨੂੰ ਔਂਕੜ ਦੀ ਵਿਚਕਾਰ ਵਰਤੋਂ ਹੁੰਦੀ ਹੈ, ਅੰਤ ਤੇ ਦੋਵਾਂ ਦੀ ਨਹੀਂ ਹੁੰਦੀ। ਇਸੇ ਤਰ੍ਹਾਂ ਤੀਜੀ ਸਾਡੇ ਕੋਲ ਉਦਾਹਰਨ ਹੈ ਈੜੀ ਨੂੰ ਸਿਹਾਰੀ। ਈੜੀ ਨੂੰ ਸਿਹਾਰੀ ਨੂੰ ਅਸੀਂ ਦੇਖਦੇ ਹਾਂ ਕਿੱਦਾਂ ਇਸ ਦੀ ਵਰਤੋਂ ਆਪਾਂ ਸ਼ੁਰੂ ਵਿੱਚ ਕਰਦੇ ਹਾਂ। ਸ਼ਬਦ ਹੈ ਸਾਡੇ ਕੋਲ ਇਸ਼ਟ, ਇਸ਼ਟ, ਇਸ਼ਟ ਦੇ ਸ਼ੁਰੂ 'ਚ ਅਸੀਂ ਇਸ ਨੂੰ ਵਰਤ ਲਿਆ। ਸ਼ਬਦ ਹੈ ਸਾਡੇ ਕੋਲ ਇਖਲਾਕ, ਇਹਨਾਂ ਦੋਨਾਂ ਸ਼ਬਦਾਂ ਦੀ ਸ਼ੁਰੂਆਤ ਵਿੱਚ ਈੜੀ ਨੂੰ ਸਿਹਾਰੀ ਆ ਗਈ, ਆਲਰੇਡੀ ਆ ਗਈ, ਆਲਰੇਡੀ ਡਨ ਹੋ ਗਈ। ਹੁਣ ਅਸੀਂ ਵਿਚਕਾਰ ਵੇਖਣਾ ਕਿ ਵਿਚਕਾਰ ਕਿਹੜੇ ਸ਼ਬਦ ਤੋਂ ਇਹਦਾ ਪਤਾ ਲੱਗਦਾ। ਜਿਵੇਂ ਸ਼ਬਦ ਹੈ ਸਾਡੇ ਕੋਲ ਚਿਰ, ਜਾਂ ਸ਼ਬਦ ਹੈ ਸਾਡੇ ਕੋਲ ਦਲਤ, ਦਲਤ ਜਾਂ ਚਿਰ। ਹੁਣ ਅਸੀਂ ਇਹਦੀ ਧੁਨੀ ਵੰਡ ਕਰਦੇ ਹਾਂ। ਦੇਖੋ ਚਿਰ, ਚਰ ਚਰ, ਆ ਲਓ ਜੀ ਚਿਰ ਬਣ ਗਿਆ, ਚਿਰ, ਏਰ 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 ਚਿਰ ਬਣ ਗਿਆ ਜੀ। ਇਸੇ ਤਰ੍ਹਾਂ ਦਲਤ, ਦੱਦਾ ਪਲੱਸ ਏ ਪਲੱਸ ਲੱਲਾ ਪਲੱਸ ਤੱਤਾ, ਦਲਤ ਦਲਿਤ ਦਲਿਤ, ਇਲਤ ਇਲਤ ਦਲਿਤ, ਆ ਗਿਆ ਨਾ ਈੜੀ, ਆ ਈੜੀ ਵੀ ਵਿਚਕਾਰ ਆ ਗਈ। ਹੁਣ ਤੁਸੀਂ ਕੋਈ ਵੀ ਸ਼ਬਦ ਪੰਜਾਬੀ ਦਾ ਜਿਹੜਾ ਪੰਜਾਬੀ ਦਾ ਮੂਲ ਹੋਵੇ, ਉਹਦੇ ਸਾਡੇ ਪਿਛਲੇ ਪਾਸੇ ਈੜੀ ਨੂੰ ਸਿਹਾਰੀ ਨਹੀਂ ਆਉਂਦੀ। ਇਹ ਸਿਰਫ ਤੇ ਸਿਰਫ ਗੁਰਬਾਣੀ ਦੀ ਪੁਰਾਣੀ ਭਾਸ਼ਾ ਵਿੱਚ ਕਿਤੇ ਇਹ ਸ਼ਬਦ ਵਰਤ ਲਿਆ ਜਾਂਦਾ ਹੈ, ਪਰ ਅਜੋਕੀ ਪੰਜਾਬੀ ਵਿੱਚ ਈੜੀ ਨੂੰ ਸਿਹਾਰੀ ਪਿੱਛੇ ਨਹੀਂ ਬੋਲਦੀ। ਮੈਨੂੰ ਉਮੀਦ ਹੈ ਤੁਹਾਡਾ ਇਹ ਵੀ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ। ਤੇ ਇਸ ਤੋਂ ਬਾਅਦ ਜਿਹੜੇ ਸਾਡੇ ਲਘੂ ਸਵਰ ਨੇ, ਸੌਰੀ ਜਿਹੜੇ ਸਾਡੇ ਦੀਰਘ ਸਵਰ ਨੇ, ਜਿਹੜੇ ਸਾਡੇ ਦੀਰਘ ਸਵਰ ਨੇ, ਜਿਹੜੇ ਸਾਡੇ ਬਾਕੀ ਰਹਿ ਗਏ 7 ਸਵਰ ਨੇ, ਉਹ ਸ਼ਬਦਾਂ ਦੀਆਂ ਸਾਰੀਆਂ ਸਥਿਤੀਆਂ ਦੇ ਵਿੱਚ ਆਉਂਦੇ ਨੇ। ਉਹ ਸ਼ੁਰੂ ਵਿੱਚ ਵੀ ਆਉਂਦੇ ਨੇ, ਉਹ ਵਿਚਕਾਰ ਵੀ ਆਉਂਦੇ ਨੇ, ਉਹ ਅੰਤ 'ਤੇ ਵੀ ਆਉਂਦੇ ਨੇ। ਅੰਤ 'ਤੇ ਆਉਣ ਕਰਕੇ ਇਹਨਾਂ ਨੂੰ ਬਾਹਰਲੇ ਸਵਰ ਵੀ ਕਹਿ ਲਿਆ ਜਾਂਦਾ ਹੈ। ਬਾਹਰਲੇ ਸਵਰ ਇਹਨਾਂ ਦੀ ਇੱਕੋ ਇੱਕ ਨਿਸ਼ਾਨੀ ਹੈ ਕਿ ਇਹਨਾਂ ਦੀ ਆਵਾਜ਼ ਲੰਮੀ ਹੁੰਦੀ ਹੈ। ਇੱਥੇ ਜਿਵੇਂ ਆਪਾਂ ਪਹਿਲਾਂ ਊੜੇ ਨੂੰ ਦਲੈਂਕੜੇ ਦੀ ਗੱਲ ਕਰੀਏ, ਊ, ਤੇ ਊ ਆਪਾਂ ਸ਼ੁਰੂ 'ਚ ਵਰਤਦੇ ਹਾਂ। ਊਸ਼ਾ ਦੂਜੇ ਨੰਬਰ 'ਤੇ ਆਪਾਂ ਵਰਤਦੇ ਹਾਂ। ਜਿਵੇਂ ਸ਼ਬਦ ਹੈ ਸਾਡੇ ਕੋਲ ਧੂੜ, ਸ਼ਬਦ ਹੈ ਸਾਡੇ ਕੋਲ ਧੂੜ। ਹੁਣ ਤੁਸੀਂ ਕਹੋਗੇ ਇਹਦੀ ਧੁਨੀ ਵੰਡ ਕਰੀਏ, ਚਲੋ ਆਪਾਂ ਕਰ ਲੈਂਦੇ ਹਾਂ। ਧੱਦਾ ਪਲੱਸ ਧੂ, ਊ ੜ, ਊੜ, ਧੂੜ, ਵਿਚਕਾਰ ਵੀ ਆਪਾਂ ਵਰਤੋਂ ਕਰ ਲਈ। ਦੇਖ ਲਓ ਊੜੇ ਨੂੰ ਦਲੈਂਕੜੇ ਦੀ, ਊ ਆ ਗਿਆ ਨਾ, ਊ ਵੱਡੀ ਸੁਰ ਆ ਗਈ ਨਾ, ਊ, ਆ ਦੇਖੋ ਆ ਗਈ ਨਾ। ਆ ਜਾਓ ਫਿਰ ਅੱਗੇ ਅੰਤ 'ਤੇ ਵੇਖੋ, ਸ਼ਬਦ ਹੈ ਸਾਡੇ ਕੋਲ ਜਾਦੂ। ਦੇਖੋ ਅੰਤ 'ਤੇ ਕਿੱਦਾਂ, ਜੱਜਾ ਪਲੱਸ ਐੜੇ ਨੂੰ ਕਰਨਾ ਆ ਪਲੱਸ ਦੱਦਾ ਪਲੱਸ ਊ, ਜਾਦੂ ਜਾਦੂ। ਆ ਦੇਖੋ ਊੜੇ ਨੂੰ ਦਲੈਂਕੜਾ ਪਿੱਛੇ ਵੀ ਆ ਗਏ ਨਾ ਜੀ। ਇਸ ਤੋਂ ਬਾਅਦ ਸਾਡੇ ਕੋਲ ਊੜੇ ਨੂੰ ਹੋੜਾ। ਜੇ ਤੁਸੀਂ ਕਹਿੰਦੇ ਹੋ ਮੈਂ ਸਾਰਾ ਕਰਵਾ ਦਿੰਦਾ, ਬਸ ਮੈਨੂੰ ਇੱਕ ਚੀਜ਼ ਦਾ ਡਰ ਹੁੰਦਾ ਮੇਰੀ ਵੀਡੀਓ ਲੰਬੀ ਨਾ ਹੋ ਜੇ, ਬਾਅਦ 'ਚ ਇਹ ਫਿਰ ਅਪਲੋਡ ਕਰਨੀ ਔਖੀ ਹੋ ਜਾਂਦੀ ਹੈ। ਜਿਵੇਂ ਸ਼ਬਦ ਹੈ ਓਕ, ਆ ਗਿਆ ਸ਼ੁਰੂ ਵਿੱਚ। ਦੂਜੇ ਨੰਬਰ 'ਤੇ ਦੇਖੋ ਸਾਡੇ ਕੋਲ ਸ਼ਬਦ ਹੈ ਡੋਰ, ਡੋਰ, ਡੱਡਾ ਪਲੱਸ ਊੜੇ ਨੂੰ ਹੋੜਾ ਪਲੱਸ ਰਾਰਾ ਬਣ ਗਿਆ ਨਾ, ਡੋਰ। ਔਰ, ਔਰ, ਵਿਚਕਾਰ ਵੀ ਇਹਦੀ ਊੜੇ ਨੂੰ ਹੋੜੇ ਦੀ ਵਰਤੋਂ ਹੋ ਗਈ। ਇਸੇ ਤਰ੍ਹਾਂ ਸਾਡੇ ਕੋਲ ਜੇ ਅੰਤ 'ਤੇ ਵੇਖਣਾ ਹੋਵੇ, ਸਾਡੇ ਕੋਲ ਸ਼ਬਦ ਹੈ ਜੋ। ਸਾਡੇ ਕੋਲ ਸ਼ਬਦ ਕਿਹੜਾ ਹੈ, ਜੋ। ਜੋ ਨੂੰ ਦੇਖੋ ਜੱਜਾ ਪਲੱਸ ਜੋ, ਐਂ ਬੋਲਦੇ ਆ ਨਾ, ਜੋ, ਉਹ, ਅੰਤ 'ਤੇ ਓ ਦੀ ਆਵਾਜ਼ ਆ ਗਈ, ਉਹ। ਇਸੇ ਤਰ੍ਹਾਂ ਬਾਕੀ ਜਿੰਨੀਆਂ ਵੀ ਨੇ, ਐੜੇ ਨੂੰ ਕੰਨਾ, ਐੜੇ ਨੂੰ ਕਨੌੜਾ, ਐੜੇ ਨੂੰ ਦੁਲਾਵਾਂ, ਐੜੇ ਨੂੰ ਦੁਲਾਵਾਂ, ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ। ਇਹਨਾਂ ਦਾ ਮੈਂ ਇੱਕ ਇੱਕ ਸ਼ਬਦ ਲਿਖ ਦਿੰਦਾ, ਬਾਅਦ ਵਿੱਚ ਨਾ ਤੁਸੀਂ ਆਪ ਇਹਦੀ ਬਣਾ ਕੇ ਦੇਖਿਓ। ਜੇ ਆਪ ਤੁਹਾਡੇ ਤੋਂ ਬਣ ਗਈ ਤਾਂ ਬਹੁਤ ਵਧੀਆ, ਤੁਹਾਨੂੰ ਕਨਸੈਪਟ ਸਮਝ ਆ ਗਿਆ ਹੋਵੇਗਾ। ਜੇ ਨਹੀਂ ਤਾਂ ਕਿਤੇ ਕੋਈ ਲੱਗਿਆ ਵੀ ਹਾਂ ਹੋਰ ਜ਼ਰੂਰਤ ਹੈ ਤਾਂ ਮੈਂ ਹੋਰ ਇਸ ਦੀ ਵਿਆਖਿਆ ਕਰ ਦੇਵਾਂਗਾ। ਹਾਲਾਂਕਿ ਜ਼ਰੂਰਤ ਨਹੀਂ ਪੈਣੀ। ਸ਼ੁਰੂ ਵਿੱਚ ਸ਼ਬਦ ਹੈ ਸਾਡੇ ਕੋਲ ਆਰਸੀ,
ਐੜੇ ਨੂੰ ਕਨੌੜੇ ਦਾ ਸ਼ਬਦ ਹੈ ਸ਼ੁਰੂ ਵਿੱਚ ਔਖ, ਇਹਦੇ ਸ਼ੁਰੂ ਵਿੱਚ ਐੜੇ ਨੂੰ ਕੰਨਾਂ ਤੇ ਐੜੇ ਨੂੰ ਕਨੌੜਾ ਆ ਗਿਆ। ਸਾਡੇ ਕੋਲ ਸ਼ਬਦ ਹੈ ਐਬ, ਇਹਦੇ ਵਿੱਚ ਵੀ ਸ਼ੁਰੂ 'ਚ ਆ ਗਿਆ। ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਈਸਾ, ਇਹਦੇ ਵੀ ਸ਼ੁਰੂ ਵਿੱਚ ਆ ਗਿਆ। ਸਾਡੇ ਕੋਲ ਸ਼ਬਦ ਏਕੜ, ਇਹਦੇ ਵੀ ਸ਼ੁਰੂ ਵਿੱਚ ਸਾਡੇ ਕੋਲ ਈੜੀ ਨੂੰ ਲਾਂ ਆ ਗਈ। ਹੁਣ ਅਸੀਂ ਜੇ ਵਿਚਕਾਰ ਵੇਖੀਏ ਤਾਂ ਮੈਂ ਇੱਥੇ ਸ਼ਬਦ ਲਿਖ ਦਿੰਦਾ ਹਾਂ। ਸਭ ਤੋਂ ਪਹਿਲਾਂ ਮੈਂ ਲਿਖਾਂਗਾ ਐੜੇ ਨੂੰ ਕੰਨੇ ਦਾ। ਸਾਡੇ ਕੋਲ ਸ਼ਬਦ ਹੈ ਥਾਲੀ, ਥਾਲੀ ਦਾ ਬੱਚੇ ਤੁਸੀਂ ਆਪ ਬਣਾ ਕੇ ਦੇਖਿਓ। ਦੂਜਾ ਹੈ ਸਾਡੇ ਕੋਲ ਸ਼ਬਦ ਦੌੜ, ਦੌੜ ਦਾ ਵੀ ਆਪ ਬਣਾਇਓ, ਕਿਦਾ ਔੜ ਬਣਦਾ ਔੜ। ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਹੈ ਤੀਜਾ ਪੈਰ। ਚੌਥਾ ਸਾਡੇ ਕੋਲ ਸ਼ਬਦ ਹੈ ਸੀਰ, ਇਹਦਾ ਵੀ ਤੁਸੀਂ ਆਪ ਦੇਖਿਓ। ਤੇ ਪੰਜਵਾਂ ਹੈ ਸਾਡੇ ਕੋਲ ਸ਼ਬਦ ਸੇਕ। ਠੀਕ ਹੈ ਜੀ, ਮੈਨੂੰ ਕਮੈਂਟ ਕਰਕੇ ਦੱਸਿਓ, ਨਹੀਂ ਤੇ ਮੈਂ ਪੰਜਾਬੀ 'ਚ ਤੁਹਾਨੂੰ ਵੰਡ ਕਰਕੇ ਕਮੈਂਟ ਦੇ ਵਿੱਚ ਹੀ ਦੱਸ ਦੇਵਾਂਗਾ ਇਹਨਾਂ ਸਾਰਿਆਂ ਦੀ, ਜੇ ਤੁਹਾਨੂੰ ਜ਼ਰੂਰਤ ਹੋਈ ਤਾਂ। ਇਸੇ ਤਰ੍ਹਾਂ ਅੰਤ ਤੇ ਸਾਡੇ ਕੋਲ ਸ਼ਬਦ ਹੈ ਜੀ ਮਾਲਾ, ਮਾਲਾ ਦਾ ਕਰਿਓ। ਫਿਰ ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਹੈ ਚੌ, ਚੌ ਜਾਂ ਨਿਰਭਉ ਆਦਿ ਸ਼ਬਦ ਨੇ। ਸਾਡੇ ਕੋਲ ਸ਼ਬਦ ਹੈ। ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਹੈ ਜਵਾਨੀ, ਜਾਂ ਸਾਡੇ ਕੋਲ ਸ਼ਬਦ ਹੈ ਕਾਕੀ। ਤੇ ਅੰਤ ਤੇ ਹੈਗਾ ਸਾਡੇ ਕੋਲ ਸ਼ਬਦ ਮੁੰਡੇ, ਜਿਹਦੇ ਐਂਡ ਤੇ ਡੇ ਏ ਆ ਰਿਹਾ, ਏ ਐਂਡ ਤੇ ਆ ਗਿਆ। ਇੱਥੇ ਕਾਕੀ ਈ ਐਂਡ ਤੇ ਆ ਗਿਆ। ਹੈ ਐਂਡ ਤੇ ਐ ਆ ਗਿਆ। ਚੌ, ਚੌ ਦਾ ਅਰਥ ਔ ਆ ਗਿਆ ਐਂਡ ਤੇ। ਮਾਲਾ, ਮਾਲਾ ਤੇ ਮਾਲਾ ਦਾ ਅੰਤ ਤੇ ਆ ਗਿਆ ਆ। ਦੇਖੋ ਬੋਲ ਕੇ ਤੁਹਾਨੂੰ ਪਤਾ ਲੱਗ ਜਾਣਾ, ਲਿਖਣ ਦੀ ਵੀ ਲੋੜ ਨਹੀਂ ਪੈਣੀ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਇੱਕ ਵਾਰ ਆਪਾਂ ਦੁਬਾਰਾ ਪੜ੍ਹ ਲੈਂਦੇ ਹਾਂ। ਅੱਜ ਆਪਾਂ ਕੀ ਪੜ੍ਹਿਆ? ਅਸੀਂ ਪੜ੍ਹਿਆ ਸਭ ਤੋਂ ਪਹਿਲਾਂ ਦੂਜੇ ਤਰੀਕੇ ਨਾਲ, ਜਿਵੇਂ ਆਪਾਂ ਸਵਰਾਂ ਦੀ ਵੰਡ ਕਰਦੇ ਹਾਂ ਬੁੱਲਾਂ ਦੀ ਸਥਿਤੀ ਅਨੁਸਾਰ ਦੋ ਤਰ੍ਹਾਂ ਨਾਲ ਹੁੰਦੀ, ਗੋਲ ਅਤੇ ਗੁਲਾਈ ਰਹਿਤ, ਜਿਹਨੂੰ ਅਸੀਂ ਗੋਲ ਵੀ ਬੋਲ ਦਿੰਦੇ ਹਾਂ, ਗੁਲਾਈਦਾਰ ਅਤੇ ਗੁਲਾਈ ਰਹਿਤ। ਗੁਲਾਈਦਾਰ ਤਿੰਨ ਨੇ, ਊੜੇ ਔਂਕੜ ਉਹ, ਊੜੇ ਦਲੈਂਕੜੇ ਊ, ਊੜੇ ਹੋੜਾ ਓ, ਐੜੇ ਕਨੌੜਾ ਔ। ਇਹਨਾਂ ਦੇ ਬੋਲਣ ਸਮੇਂ ਮੂੰਹ ਗੋਲ ਰਹਿੰਦਾ ਹੈ। ਗੁਲਾਈ ਰਹਿਤ ਜਿਹੜੇ ਨੇ ਉਹਨਾਂ ਦੇ ਬੋਲਣ ਸਮੇਂ ਮੂੰਹ ਗੋਲ ਨਹੀਂ ਰਹਿੰਦਾ। ਤੀਸਰੀ ਵੰਡ ਹੈ ਮਾਤਰਾ ਦੇ ਆਧਾਰ ਤੇ ਕਿੰਨਾ ਸਮਾਂ ਲੱਗਿਆ, ਕਿੰਨੀ ਸਾਹ ਦੀ ਹਵਾ ਲੱਗੀ, ਤੇ ਜਿਹਦੇ ਤੇ ਵੱਧ ਲੱਗੇ ਉਹਨਾਂ ਨੂੰ ਅਸੀਂ ਦੀਰਘ ਸਵਰ ਕਹਿੰਦੇ ਹਾਂ, ਜਿਨ੍ਹਾਂ ਦੇ ਘੱਟ ਲੱਗੇ ਉਹਨਾਂ ਨੂੰ ਅਸੀਂ ਲਘੂ ਸਵਰ ਜਾਂ ਹਰਸਵ ਸਵਰ ਕਹਿੰਦੇ ਹਾਂ। ਇਹ ਤਿੰਨ ਨੇ ਜੀ, ਐੜਾ, ਮੁਕਤਾ, ਊੜੇ ਔਂਕੜ, ਈੜੀ ਸਿਹਾਰੀ। ਕਾਰਜ ਦੇ ਪੱਖ ਤੋਂ ਇਹਨਾਂ ਨੂੰ ਅਸੀਂ ਕੇਂਦਰੀ ਜਾਂ ਅੰਦਰਲੇ ਸਵਰ ਕਹਿੰਦੇ ਹਾਂ। ਦੂਜੇ ਪਾਸੇ ਦੀਰਘ ਜਿਹੜੇ ਵੱਧ ਮਾਤਰਾ, ਤੇ ਇਹ ਸਾਰੇ 6 ਲਿਖੇ ਹੋਏ ਨੇ। ਕਾਰਜੀ ਪੱਖ ਤੋਂ ਅਸੀਂ ਇਹਨਾਂ ਨੂੰ ਬਾਹਰਲੇ ਸਵਰ ਕਹਿੰਦੇ ਹਾਂ। ਵੀਡੀਓ ਦੇ ਦੂਜੇ ਭਾਗ ਵਿੱਚ ਅਸੀਂ ਇਹਨਾਂ ਦੀ ਵਰਤੋਂ ਸਮਝੀ, ਵਰਤੋਂ ਵੀ ਦੇਖਿਆ ਕਿੱਦਾਂ। ਐੜਾ, ਮੁਕਤਾ, ਊੜੇ ਔਂਕੜ, ਈੜੀ ਸਿਹਾਰੀ ਨੂੰ ਅਸੀਂ ਜੇ ਕੇਂਦਰੀ ਸਵਰ ਕਿਹਾ ਤਾਂ ਦੇਖੋ ਇਹਨਾਂ ਦੀ ਕੇਂਦਰ 'ਚ ਤੇ ਸ਼ੁਰੂਆਤ ਵਿੱਚ ਵਰਤੋਂ ਆਈ, ਬਾਹਰ ਇਹਨਾਂ ਦੀ ਵਰਤੋਂ ਨਹੀਂ ਹੈ, ਇਸ ਕਰਕੇ ਕੇਂਦਰੀ ਸਵਰ ਨੇ। ਇਹਨਾਂ ਦੀਆਂ ਅਸੀਂ ਉਦਾਹਰਨਾਂ ਦੇਖ ਲਈਆਂ ਡਿਟੇਲ ਨਾਲ। ਦੀਰਘ ਸਵਰ ਅਸੀਂ ਦੇਖ ਲਏ 7 ਨੇ, ਇਹਨਾਂ ਨੂੰ ਬਾਹਰਲੇ ਸਵਰ ਕਿਉਂ ਕਹਿੰਦੇ ਨੇ? ਕਿਉਂਕਿ ਅੰਤ ਤੇ ਇਹਨਾਂ ਦੀ ਜਿਹੜੀ ਵਰਤੋਂ ਹੁੰਦੀ ਹੈ ਉਹ ਸਾਰਥਕ ਹੁੰਦੀ ਹੈ, ਤੇ ਸਾਰਿਆਂ ਦੀਆਂ ਉਦਾਹਰਨਾਂ ਸਹਿਤ ਤੁਹਾਡੇ ਸਾਹਮਣੇ ਇਸ ਨੂੰ ਸਪਸ਼ਟ ਕੀਤਾ ਗਿਆ ਹੈ। ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਜ਼ਰੂਰ ਇਸ ਨੂੰ ਲਾਈਕ, ਸ਼ੇਅਰ ਤੇ ਕਮੈਂਟ ਦੋਸਤਾਂ ਨਾਲ ਸਾਂਝੀ ਕਰ ਦਿਓ। ਸਾਰੀ ਵੀਡੀਓ ਜ਼ਰੂਰ ਵੇਖਿਆ ਕਰੋ ਤਾਂ ਕਿ ਤੁਹਾਡਾ ਕਨਸੈਪਟ ਕਲੀਅਰ ਹੋ ਜੇ। ਆਉਣ ਵਾਲੇ ਸਮੇਂ 'ਚ ਇਹਨਾਂ ਸਾਰੇ ਕਨਸੈਪਟਾਂ ਬਾਰੇ ਆਪਾਂ ਸਵਾਲ ਲੈ ਕੇ ਆਉਣ ਵਾਲੇ ਹਾਂ ਇਸੇ ਚੈਨਲ 'ਤੇ। ਲਾਈਵ ਸੈਸ਼ਨ ਲੈਣ ਵਾਸਤੇ ਕੁਐਸਚਨ ਆਨਸਰ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ। ਰੱਬ ਰਾਖਾ, ਸ਼ੁਕਰੀਆ।